ਸੋ ਡੈਂਸਿਟੀ ਫਲਕਚੁਏਸ਼ਨ ਦਾ ਕਨਸੈਪਟ ਆਇਆ ਸੀਗਾ ਮੀਨ ਸਕੁਅਰ ਫਲਕਚੁਏਸ਼ਨ ਦੀ ਆਪਾਂ ਗੱਲ ਕੀਤੀ ਸੀ ਰੂਟ ਮੀਨ ਸਕੁਅਰ ਫਲਕਚੁਏਸ਼ਨ ਉਹਦੇ ਵਿੱਚ ਜਿਹੜਾ ਆਪਣੇ ਕੋਲ ਐਕਸਪ੍ਰੈਸ਼ਨ ਹੁੰਦਾ ਦੈਟ ਇਜ਼ kT ਡਿਵਾਈਡਡ ਬਾਈ ਮੀਨ ਵੈਲਿਊ ਆਫ ਨੰਬਰ ਆਫ ਪਾਰਟੀਕਲਸ ਦਾ ਸਕੁਅਰ ਆ ਜਾਏਗਾ ਕਰਲ n ਬਾਈ ਕਰਲ ਆਫ μ ਦੇ ਕੋਰਸਪੋਂਡਿੰਗ ਆਪਣੇ ਕੋਲ ਇੱਕ ਫੈਕਟਰ ਰਹੇਗਾ ਸਾਰਾ ਪਾਰਟ ਸਕੁਅਰ ਰੂਟ ਦੇ ਅੰਦਰ ਹੀ ਹੈ ਬੇਟਾ ਸੋ ਜਿਸ ਵੇਲੇ ਅਗਰ ਆਪਣੇ ਕੋਲ ਨਾਰਮਲ ਟ੍ਰਾਂਜੀਸ਼ਨ ਹੋ ਰਹੀ ਹੈ ਨਾਰਮਲ ਸਿਸਟਮ ਬਿਹੇਵ ਕਰ ਰਿਹਾ ਤਾਂ ਉਸ ਕੇਸ ਦੇ ਵਿੱਚ ਕਰਲ n ਬਾਈ ਕਰਲ μ ਜਿਹੜਾ ਕਿ ਕੈਮੀਕਲ ਪੋਟੈਂਸ਼ੀਅਲ ਦੇ ਵਿਦ ਰਿਸਪੈਕਟ ਟੂ ਆਪਣਾ ਡੈਰੀਵੇਟਿਵ ਹੈ ਵਿਦ ਨੰਬਰ ਆਫ ਪਾਰਟੀਕਲਸ ਦਾ ਜਾਂ ਅਗਰ ਇਹ ਨਾਰਮਲ ਕੰਡੀਸ਼ਨ ਹੋਏਗੀ ਤਾਂ ਇਟ ਵਿਲ ਬੀ ਗਵਰਨਡ ਬਾਈ ਇਟ ਵਿਲ ਬੀ ਪ੍ਰੋਪੋਰਸ਼ਨਲ ਟੂ mean number of particles ਇਸ ਕਰਕੇ ਕੀ ਹੋਏਗਾ n ਦੇ ਨਾਲ n ਕੈਂਸਲ ਹੋਏਗਾ ਸਕੁਅਰ ਨਹੀਂ ਕੈਂਸਲ ਹੋਏਗਾ ਸੋ ਇੱਕ ਤੁਹਾਡੇ ਕੋਲ ਜਿਹੜਾ mean number of particles ਦਾ ਜਿਹੜਾ ਇੱਕ ਫੈਕਟਰ ਬਚ ਜਾਏਗਾ ਡਿਨੋਮੀਨੇਟਰ ਦੇ ਵਿੱਚ ਜਿਹਦੇ ਕਰਕੇ ਆਪਣੇ ਕੋਲ ਇਹ ਜਿਹੜੀ ਡਿਪੈਂਡੈਂਸ ਆਏਗੀ ਮੇ ਰੂਟ ਮੀਨ ਸਕੁਅਰ ਫਲਕਚੁਏਸ਼ਨ ਦੀ that will be on the number of particle raised to power -1/2 so mean number of particles ਦਾ -1/2 ਦੀ ਪਾਵਰ ਹੋ ਜਾਏਗੀ ਸੋ ਜਿਸ ਤਰ੍ਹਾਂ number of particles ਦੀ ਵੈਲਿਊ ਵਧੇਗੀ ਉਹਦੇ ਕੋਰਸਪੋਂਡਿੰਗ ਆਪਣੇ ਕੋਲ ਕੀ ਹੋ ਜਾਏਗਾ ਆਪਣੇ ਕੋਲ ਇਹ ਜਿਹੜਾ ਬਿਕਾਜ਼ ਨੰਬਰ ਆਫ ਪਾਰਟੀਕਲ ਲਾਰਜ ਹੁੰਦੇ ਤੇ ਇਸ ਕੇਸ ਦੇ ਵਿੱਚ ਆਪਣੇ ਕੋਲ ਇਹ ਵਾਲਾ ਫੈਕਟਰ ਜਿਹੜਾ ਹੋਏਗਾ ਬਿਕਾਜ਼ 1/√of n ਹੈ ਇਸ ਕਰਕੇ and if n is tending to infinity ਤਾਂ ਇਹ ਵਾਲਾ ਮੀਨ ਸਕੁਅਰ ਫਲਕਚੁਏਸ਼ਨ ਜਿਹੜੀ ਹੋਏਗੀ that will be tending to 0 ਇਸ ਕਰਕੇ ਆਪਣੇ ਕੋਲ ਨਾਰਮਲ ਬਿਹੇਵੀਅਰ ਦੇ ਵਿੱਚ ਨਾਰਮਲ ਰੂਟੀਨ ਦੇ ਵਿੱਚ ਆਪਣੇ ਕੋਲ ਟੈਸਟ ਜਿਹੜਾ ਨੰਬਰ ਪਾਰਟੀਕਲ ਫਲਕਚੁਏਸ਼ਨ ਹੈ ਨੰਬਰ ਡੈਂਸਿਟੀ ਫਲਕਚੁਏਸ਼ਨ ਹੈ ਉਹ ਦੇਖਣ ਨੂੰ ਨਹੀਂ ਮਿਲੇਗੀ ਲੇਕਿਨ ਅਗਰ ਆਪਣੇ ਕੋਲ ਫੇਸ ਟ੍ਰਾਂਜੀਸ਼ਨ ਦਾ ਕਨਸੈਪਟ ਆ ਜਾਂਦਾ ਤੇ ਫੇਸ ਟ੍ਰਾਂਜੀਸ਼ਨ ਦੇ ਕਨਸੈਪਟ ਦੇ ਵਿੱਚ ਆਪਣੇ ਕੋਲ ਜਿਹੜਾ ਮੀਨ ਸਕੁਅਰ ਫਲਕਚੁਏਸ਼ਨ ਹੈ ਉਹਦੀ ਕੋਰਸਪੋਂਡਿੰਗ ਜਿਹੜਾ ਕਰਲ n ਬਾਈ ਕਰਲ μ ਵਾਲਾ ਫੈਕਟਰ ਹੈ ਸੋ ਅਗਰ ਫੇਸ ਟ੍ਰਾਂਜੀਸ਼ਨ ਹੋ ਰਹੀ ਹੈ ਤਾਂ ਇਹ n ਸਕੁਅਰ ਦੇ ਪ੍ਰੋਪੋਰਸ਼ਨਲ ਹੋ ਜਾਂਦਾ ਹੈ ਸੋ n ਸਕੁਅਰ ਨਾਲ n ਸਕੁਅਰ ਕੈਂਸਲ ਹੋ ਜਾਏਗਾ ਤਾਂ ਅਲਟੀਮੇਟਲੀ ਇਟ ਵਿਲ ਬੀ ਅ ਫਾਈਨਾਈਟ ਫੈਕਟਰ ਸਕੁਅਰ ਰੂਟ kT ਦੇ ਬਰਾਬਰ ਹੋ ਜਾਏਗਾ ਉਸ ਕੇਸ ਦੇ ਵਿੱਚ ਕੀ ਹੋਏਗਾ ਆਪਣੇ ਕੋਲ ਜਿਹੜੀ ਰੂਟ ਮੀਨ ਸਕੁਅਰ ਫਲਕਚੁਏਸ਼ਨ ਹੈ ਨੰਬਰ ਆਫ ਪਾਰਟੀਕਲਸ ਦੇ ਵਿਚਕਾਰ ਤਾਂ ਉਹ ਫਾਈਨਾਈਟ ਵੈਲਿਊ ਐਗਜ਼ਿਸਟ ਕਰੇਗੀ ਇਹ ਨਾਨ ਜ਼ੀਰੋ ਹੋਏਗੀ ਜਿਹੜੀ ਕਿ ਪਹਿਲਾਂ 0 ਦੇ ਕੋਰਸਪੋਂਡ ਕਰਦੀ ਸੀ ਸੋ ਜਿੱਥੇ ਫੇਸ ਟ੍ਰਾਂਜੀਸ਼ਨ ਹੋਏਗੀ ਉੱਥੇ ਗ੍ਰੈਂਡ ਕੈਨੋਨੀਕਲ ਐਨਸੈਂਬਲ ਦਾ ਰੈਲੇਵੈਂਸ ਹੋਏਗਾ ਅਦਰਵਾਈਜ਼ ਕੀ ਹੋਏਗਾ ਨਾਰਮਲ ਰੂਟੀਨ ਦੇ ਵਿੱਚ ਨਾਰਮਲ ਸਿਸਟਮੈਟਿਕਸ ਦੇ ਵਿੱਚ ਆਪਣੇ ਕੋਲ ਇਹ ਪ੍ਰੋਬਲਮ ਦੇਖਣ ਨੂੰ ਨਹੀਂ ਮਿਲੇਗੀ ਆਪਣਾ ਸਿਸਟਮ ਕੈਨੋਨੀਕਲ ਬਿਹੇਵੀਅਰ ਹੀ ਸ਼ੋ ਕਰੇਗਾ ਠੀਕ ਹੈ ਜੀ ਸੋ ਇਹ ਚੀਜ਼ ਆਪਾਂ ਡਿਸਕਸ ਕਰ ਚੁੱਕੇ ਹਾਂ ਸੋ ਕਾਫੀ ਸਾਰੀਆਂ ਡਿਪੈਂਡੈਂਸੀਜ਼ ਲਿਖੀਆਂ ਹੋਈਆਂ ਬੇਟਾ ਤੁਹਾਡੇ ਕੋਲ ਤਾਂ ਆਈਸੋਥਰਮਲ ਕੰਪਰੈਸਿਬਿਲਿਟੀ ਦੇ ਕੋਰਸਪੋਂਡਿੰਗ ਫੈਕਟਰ ਲਿਖਿਆ ਤੁਸੀਂ ਸਾਰੇ ਦੇ ਸਾਰੇ ਇੱਕ ਵਾਰੀ ਇਹਨੂੰ ਦੇਖ ਲੈਣਾ ਠੀਕ ਹੈ ਜੀ ਸੋ ਇਹਨੂੰ ਇੱਕ ਵਾਰੀ ਨੋਟ ਡਾਊਨ ਕਰ ਲਿਓ ਬੇਟਾ ਆਪਣੇ ਅਕੋਰਡਿੰਗਲੀ ਇਹਨੂੰ ਡਿਜ਼ਾਈਨ ਕਰਕੇ ਦੇਖ ਲਿਓ ਤੁਹਾਨੂੰ ਪੇਪਰ ਦੇ ਵਿੱਚ ਕੀ ਪੁੱਛਿਆ ਜਾਂਦਾ ਹੈ ਉਹਦੀ ਕੋਰਸਪੋਂਡਿੰਗ ਆਪਣਾ ਚੈੱਕ ਆਊਟ ਕਰਕੇ ਰਿਜ਼ਲਟ ਬਣਾ ਲਿਓ ਸੋ ਜਿਹੜਾ ਜਿਹੜੀ ਮੈਂ ਗੱਲ ਕਰ ਰਿਹਾ ਸੀ n⁻⁻² ਦਾ ਫੈਕਟਰ ਹੈ ਉਹ ਸਾਰੇ ਦਾ ਸਾਰਾ ਫੈਕਟਰ ਮੈਂ ਲੈਂਗੁਏਜ ਦੇ ਵਿੱਚ ਵੀ ਲਿਖਿਆ ਹੋਇਆ ਹੈ ਇਹ ਸਾਰੇ ਦਾ ਸਾਰਾ ਫੈਕਟਰ ਫਾਈਨਾਈਟ ਆਏਗਾ ਅਗਰ ਡੈਂਸਿਟੀ ਫਲਕਚੁਏਸ਼ਨ ਹੋਏਗੀ ਤਾਂ ਉਸ ਕੇਸ ਦੇ ਵਿੱਚ ਆਏਗਾ ਉਸ ਤੋਂ ਬਾਅਦ ਆ ਜਾਂਦਾ ਬੇਟਾ એનર્ਜੀ ਫਲਕਚੁਏਸ਼ਨ ਤੋਂ ਤੁਹਾਨੂੰ ਪੇਪਰ ਦੇ ਵਿੱਚ ਦੋ ਤਰ੍ਹਾਂ ਦੇ ਆਰਟੀਕਲ ਆਉਣਗੇ ਵਨ ਇਜ਼ ਕਾਲਡ ਡੈਂਸਿਟੀ ਫਲਕਚੁਏਸ਼ਨ ਐਂਡ ਸੈਕੰਡ ਵਨ ਇਜ਼ ਕਾਲਡ એનર્ਜੀ ਫਲਕਚੁਏਸ਼ਨ ਇਹ ਦੋਨੋਂ ਹੀ ਇੰਪੋਰਟੈਂਟ ਆਰਟੀਕਲ ਨੇ ਬੇਟਾ 12 ਨੰਬਰ ਦੇ ਆਰਟੀਕਲ ਨੇ ਕਈ ਵਾਰ ਹੁੰਦਾ ਹੈ ਕਿ ਇਹਦੇ ਵਿੱਚੋਂ ਕੁਝ ਪੋਰਸ਼ਨ ਕੱਟ ਕੇ ਪੁੱਛ ਲਿਆ ਜਾਂਦਾ ਹੈ ਕਈ ਵਾਰ ਹੁੰਦਾ ਹੈ ਕਿ ਫੁੱਲ ਫਲੈਜ ਆਰਟੀਕਲ ਡੈਂਸਿਟੀ ਫਲਕਚੁਏਸ਼ਨ ਦਾ ਜਾਂ એનર્ਜੀ ਫਲਕਚੁਏਸ਼ਨ ਦਾ ਐਜ਼ ਸੱਚ ਪੁੱਛ ਲਿਆ ਜਾਂਦਾ ਹੈ ਹੁਣ એનર્ਜੀ ਫਲਕਚੁਏਸ਼ਨ ਹੈ ਬੇਟਾ એનર્ਜੀ ਫਲਕਚੁਏਸ਼ਨ ਵੀ ਅਲਾਉਡ ਹੈ because average number ਜਿਹੜੀ ਪਾਰਟੀਕਲ ਆਪਣੇ ਆਪ ਇਸ ਦੇ ਵਿੱਚ એનર્ਜੀ ਵੀ ਐਕਸਚੇਂਜ ਕਰ ਸਕਦੇ ਆ ਐਂਡ ਤੁਹਾਡੇ ਕੋਲ ਨੰਬਰ ਆਫ ਪਾਰਟੀਕਲ ਵੀ ਐਕਸਚੇਂਜ ਹੋ ਰਿਹਾ ਹੈ ਇਸ ਕਰਕੇ એનર્ਜੀ ਫਲਕਚੁਏਸ਼ਨ ਦਾ ਕਨਸੈਪਟ ਤਾਂ ਇਵੋਲਵ ਹੋਏਗਾ ਸੋ ਇਹਦੇ ਵਿੱਚ ਕੀ ਆਪਾਂ ਰੂਟ ਮੀਨ ਸਕੁਅਰ ਫਲਕਚੁਏਸ਼ਨ એનર્ਜੀ ਫਾਈਂਡ ਆਊਟ ਕਰਨ ਦੀ ਗੱਲ ਕਰਾਂਗੇ ਸੋ ਐਵਰੀ ਵੈਲਿਊ ਆਫ એનર્ਜੀ ਕੀ ਹੋ ਜਾਏਗੀ ਇਟ ਵਿਲ ਬੀ ER into P of ER and NR ਦੀ ਕੋਰਸਪੋਂਡਿੰਗ ਹੈਗੀ probability for a system that will be having a state corresponding to ER of energy and NR of particles ਸੋ ਇਹਦੇ ਵਿੱਚ ਆਪਾਂ ਇਹਦੀ ਵੈਲਿਊ ਵਗੈਰਾ ਫਿਲ ਕਰ ਦਾਂਗੇ ਪ੍ਰੋਬੇਬਿਲਿਟੀ ਦੀ that will be z raised to power nr e raised to minus beta er divided by the partition function ਸੋ ਇਸ ਦੇ ਵਿੱਚ ਹੁਣ ਆਪਾਂ ਕੰਸੀਡਰ ਕਰਦੇ ਹਾਂ ਕਰਲ q by ਕਰਲ ਬੀਟਾ ਦਾ ਜਿਹੜਾ ਐਕਸਪ੍ਰੈਸ਼ਨ ਹੈ ਉਹਨੂੰ ਆਪਾਂ ਇਵੋਲਵ ਕਰਨ ਦੀ ਗੱਲ ਕਰਾਂਗੇ ਆਪਾਂ ਕੱਲ ਵੀ ਡਿਸਕਸ ਕੀਤਾ ਸੀਗਾ ਕਿ ਇਹਨੂੰ ਆਪਾਂ ਬਾਈ ਪਾਰਟਸ ਸੋਲਵ ਕਰਨ ਦੀ ਗੱਲ ਕਰਾਂਗੇ ਪਹਿਲਾਂ ਕਿਸੇ ਇੱਕ ਚੀਜ਼ ਨੂੰ ਪੜਾਂਗੇ ਉਸ ਤੋਂ ਬਾਅਦ ਦੂਸਰੀ ਚੀਜ਼ ਨੂੰ ਪੜਾਂਗੇ ਅਲਟੀਮੇਟਲੀ ਆਪਾਂ ਰਾਈਟ ਹੋਵਾਂਗੇ ਕਿ ਇਹ ਜਿਹੜਾ ਰਿਜ਼ਲਟ ਆਪਾਂ ਬਣਾਇਆ ਹੈ ਇਹ ਕੋਰਸਪੋਂਡ ਕਰਦਾ ਹੈ ਮੀਨ ਜਿਹੜੀ ਮੈਂ ਆਪਾਂ ਇਕੁਏਸ਼ਨ ਲਿਖੀ ਹੋਈ ਹੈ ਸੋ ਅਲਟੀਮੇਟਲੀ ਕਰਲ q by ਕਰਲ ਬੀਟਾ ਦਾ ਐਕਸਪ੍ਰੈਸ਼ਨ ਇਹਦੇ ਬਰਾਬਰ ਆ ਜਾਏਗਾ accordingly ਆਪਣੇ ਕੋਲ ਕੀ ਹੈ ਬੇਟਾ ਤੁਸੀਂ ਇਹਨੂੰ ਚੈੱਕ ਕਰ ਸਕਦੇ ਹੋ z raised to power nr e raised to minus beta er multiplied by e of r so ਇਹ ਵਾਲਾ ਜਿਹੜਾ ਐਕਸਪ੍ਰੈਸ਼ਨ ਲਿਖਿਆ ਹੋਇਆ this is nothing but curl q by curl beta ਦੇ ਬਰਾਬਰ ਹੋ ਜਾਏਗਾ with a negative sign so -1 by q curl q by curl beta ਦੇ ਬਰਾਬਰ ਹੋ ਜਾਏਗਾ mean energy ਸੋ ਮੀਨ ਸਕੁਅਰ એનર્ਜੀ ਜਿਹੜੀ ਹੋਏਗੀ ਜਿਹੜੀ ਕਿ ਆਪਾਂ ਡੈਂਸਿਟੀ એનર્ਜੀ ਫਲਕਚੁਏਸ਼ਨ ਦੇ ਲਈ ਚਾਹੀਦੀ ਹੈ ਉਹਦੇ ਵਿੱਚ ਕੀ ਹੋ ਜਾਏਗਾ E ਸਕੁਅਰ ਆਫ r p of er and nr ਦੇ ਕੋਰਸਪੋਂਡਿੰਗ ਆਪਣੇ ਕੋਲ ਰਿਜ਼ਲਟ ਲਿਖਿਆ ਜਾਏਗਾ ਹੁਣ ਕਰਲ q by ਕਰਲ ਬੀਟਾ ਨੂੰ ਸੈਕੰਡ ਟਾਈਮ ਅਗਰ ਆਪਾਂ ਡਿਫਰੈਂਸ਼ੀਏਟ ਕਰਨ ਦੀ ਗੱਲ ਕਰੀਏ ਤਾਂ ਉਹਦੇ ਵਿੱਚ ਆਪਣੇ ਕੋਲ ਜਿਹੜੇ ਰਿਜ਼ਲਟ ਆਣਗੇ ਉਹ ਇਸ ਦੇ ਅਕੋਰਡਿੰਗ ਆਣਗੇ ਸੋ ਵੀ ਕੈਨ ਸਿੰਪਲੀ ਰੀਰਾਈਟ ਮੀਨ ਸਕੁਅਰ એનર્ਜੀ ਦੇ ਕੋਰਸਪੋਂਡਿੰਗ ਜਿਹੜੀ ਹੋਏਗੀ that will be 1 by q curl 2q by curl beta square ਦੇ ਕੋਰਸਪੋਂਡਿੰਗ ਰਹੇਗਾ
So mean square fluctuation, that will be E square the mean minus mean of energy the whole square, ਇਹਦੇ corresponding ਆਪਣੇ ਕੋਲ ਜਿਹੜੇ ਦੋਨੋਂ ਨੂੰ ਆਪਾਂ ਮਾਈਨਸ ਕਰ ਦਾਂਗੇ। ਅਲਟੀਮੇਟਲੀ ਇਹਦਾ ਮਤਲਬ ਕੀ ਹੋਏਗਾ, ਅਗਰ ਇਹਨੂੰ ਰੀਰਾਈਟ ਕਰਨਾ ਚਾਹੀਏ ਤਾਂ ਇਸ ਫਾਰਮ ਦੇ ਵਿੱਚ ਲਿਖਿਆ ਜਾ ਸਕਦਾ ਹੈ, ਜਿਹਨੂੰ ਕਿ ਮੈਂ ਇਲੈਬੋਰੇਟ ਕੀਤਾ ਹੋਇਆ, that is curl by curl beta 1 by q curl q by curl beta ਦੀ ਫਾਰਮ ਦੇ ਵਿੱਚ ਤੁਸੀਂ ਇਹਨੂੰ ਲਿਖ ਸਕਦੇ ਹੋ। So we can simply rewrite mean square fluctuation in the terms of curl by curl beta 1 by q curl q by curl beta ਦੀ ਫਾਰਮ ਦੇ ਵਿੱਚ ਲਿਖ ਸਕਦੇ ਹਾਂ। ਸੋ ਇਹ ਕੱਲ ਵਾਲੀ ਐਨਾਲੋਜੀ ਦੇ ਨਾਲ ਆਪਣੇ ਲਈ ਕੰਮ ਕਰਨਾ ਆਸਾਨ ਹੋ ਜਾਂਦਾ ਹੈ। तो बाय पार्ट्स ਇਹਨੂੰ ਆਪਾਂ ਸੋਲਵ ਕਰਨ ਦੀ ਗੱਲ ਕਰਦੇ ਹਾਂ। ਸੋ ਇਹ ਚੀਜ਼ ਆਪਾਂ ਨੂੰ ਪਤਾ ਹੈ ਬੇਟਾ। सो यू कैन सिंपली रीराइट, तो ये वाला फैक्टर ਤੁਹਾਨੂੰ ਆਲਰੇਡੀ ਪਤਾ ਹੈ, ਮੀਨ એનર્ਜੀ ਦੇ ਬਰਾਬਰ ਹੁੰਦਾ ਹੈ, ਤੁਸੀਂ ਇਹਨੂੰ ਲਿਖ ਸਕਦੇ ਹੋ ਮਾਈਨਸ कर्ल E by कर्l beta और कर्l E by कर्l beta ਦੇ ਕੋਰਸਪੋਂਡਿੰਗ ਲਿਖ ਸਕਦੇ ਹੋ। The relative or fractional mean square fluctuation in energy will be given by, ਸੋ ਇਹਦੀ ਕੋਰਸਪੋਂਡਿੰਗ ਤੁਸੀਂ ਅਗਰ √2 ਮੀਨ ਸਕੁਅਰ ਫਲਕਚੁਏਸ਼ਨ ਦੀ ਗੱਲ ਕਰੀਏ ਜਾਂ ਫ੍ਰੈਕਸ਼ਨ ਦੀ ਗੱਲ ਕਰੀਏ ਤਾਂ ਉਸ ਨੂੰ ਇਹਦੇ ਨਾਲ ਯੂ ਦੇ ਨਾਲ ਡਿਵਾਈਡ, ਯੂ ਸਕੁਅਰ ਨਾਲ ਡਿਵਾਈਡ ਕਰ ਦੋਗੇ ਤਾਂ -1 by u square कर्l u by कर्l beta ਦੇ ਕੋਰਸਪੋਂਡਿੰਗ ਤੁਹਾਡੇ ਕੋਲ ਐਕਸਪ੍ਰੈਸ਼ਨ ਆ ਜਾਏਗਾ। ਸੋ -1 by u square कर्l u by ਇਹਦੇ ਕੋਰਸਪੋਂਡਿੰਗ ਬੀਟਾ ਹੈ, ਤੇ ਬੀਟਾ ਨੂੰ ਕੋਰਸਪੋਂਡਿੰਗ ਅਗਰ ਆਪਾਂ ਟੈਂਪਰੇਚਰ ਚੇਂਜ ਕਰੀਏ ਤਾਂ ਉਹਦੇ ਕੋਰਸਪੋਂਡਿੰਗ ਬੀਟਾ = 1 by kT ਦੇ ਕੋਰਸਪੋਂਡਿੰਗ ਆਪਾਂ ਨੂੰ ਰਿਜ਼ਲਟ ਲਿਖਣਾ ਪਏਗਾ। ਸੋ कर्l by कर्l beta by कर्l t ਇਟ ਕੈਨ ਬੀ ਰਿਟਨ ਇਨ ਟਰਮਸ ਆਫ -1 by kT square। ਸੋ ਬੀਟਾ ਨੂੰ ਆਪਾਂ t ਦੇ ਵਿੱਚ ਚੇਂਜ ਕਰ ਰਹੇ, ਸੋ ਇਸ ਕਰਕੇ t कर्ल u by कर्l t आ जाएगा, कर्ल t by कर्l beta आ जाएगा, तो कर्ल beta by कर्l t ਦੇ ਕੋਰਸਪੋਂਡਿੰਗ -1 by kT square ਤੁਸੀਂ ਲਿਖ ਸਕਦੇ ਹੋ। So ultimately ਤੁਹਾਡੇ ਕੋਲ ਕੀ ਆਏਗਾ, it will be giving rise to fractional fluctuation ਜਿਹੜੀ ਹੋਏਗੀ, that will be kT square by u square into कर्l u by कर्l t ਦੇ ਬਰਾਬਰ ਤੁਹਾਡੇ ਕੋਲ ਐਕਸਪ੍ਰੈਸ਼ਨ ਆ ਜਾਏਗਾ। So put this result in a more comprehensive form, we proceed as follows. Note that the internal energy U or energy is a function of NV and T. Accordingly, we have du अपना की लिख सकते हैं, du can be written in terms of कर्ल u by कर्ल n into dn plus कर्ल u by कर्ल v into dv plus कर्ल u by कर्ल t into dt ਦੇ ਬਰਾਬਰ ਹੋ ਸਕਦਾ ਹੈ, because energy is a function of NV and T. So NV and T ਦੇ corresponding energy ਨੂੰ ਤੁਸੀਂ ਲਿਖ ਸਕਦੇ ਹੋ। So we can simply rewrite in this form कर्l u by कर्l z of dz plus कर्l u by कर्l v of dv plus कर्l u by कर्l t into dt ਦੇ corresponding ਲਿਖ ਸਕਦੇ, because number of particles ਜਿਹੜੇ ਆ ਉਹ z ਦੇ ਨਾਲ ਰਿਲੇਟਡ ਹੋਣਗੇ। ठीक है जी। सो इस करके ਇਹਨੂੰ ਤੁਸੀਂ ਸਿੰਪਲੀ ਲਿਖ ਸਕਦੇ ਹੋ, ਇਟ ਕੈਨ ਬੀ ਰਿਟਨ ਐਸ कर्l u by कर्l n, ਜਿਹੜੀ ਰਾਈਟ ਹੈਂਡ ਸਾਈਡ ਵਾਲੀ ਇਕੁਏਸ਼ਨ ਹੈ ਉਹਨੂੰ ਇੱਦਾਂ ਲਿਖ ਸਕਦੇ ਹੋ, ਸੋ ਦੈਟ ਵੀ ਕੈਨ ਰੀਰਾਈਟ ਇਨ ਦਿਸ ਫਾਰਮ। ਠੀਕ ਹੈ ਜੀ। So the corresponding upper result, because infinite similar change in u will be same irrespective of explicit dependence variable, since we want to determine कर्l u by कर्l t। ਹੁਣ ਆਪਾਂ ਇੱਥੇ ਫਾਈਂਡ ਆਊਟ ਕੀ ਕਰਨਾ ਚਾਹੁੰਦੇ ਹਾਂ ਬੇਟਾ, ਮੀਨ ਸਕੁਅਰ ਫਲਕਚੁਏਸ਼ਨ ਜਿਹੜੀ ਫਾਈਂਡ ਆਊਟ ਕਰਨੀ ਹੈ, ਉਹਦੇ ਵਿੱਚ ਆਪਣੇ ਕੋਲ ਸਿਰਫ ਇੱਕ ਹੀ ਪੈਰਾਮੀਟਰ ਬਚਿਆ, that is कर्l u by कर्l t। ਸੋ ਇਸ ਦੀ ਵੈਲਿਊ ਅਗਰ ਆਪਾਂ ਫਾਈਂਡ ਆਊਟ ਕਰਨਾ ਚਾਹੁੰਦੇ ਹਾਂ, ਉਹਦੇ ਲਈ ਆਪਾਂ ਨੂੰ ਕੀ ਕਰਨਾ ਪਏਗਾ, we consider the above equation for constant value of z and v, so that we have dz = 0 and dv = 0 using the above equation। ਜਿਹੜਾ upper ਵਾਲੀ ਇਕੁਏਸ਼ਨ ਹੈ ਉਹਦੇ ਵਿੱਚ ਆਪਣਾ ਇਹਦੀ वैल्यू वगैरह पुट कर देंगे। So कर्l u by कर्l t into dt it will be equal to कर्l u by कर्l n into dn कर्l u by कर्l t into dt ਦੇ ਬਰਾਬਰ ਆ ਜਾਏਗਾ। तो ਜਿੱਥੋਂ ਕੀ ਨਿਕਲੇਗਾ ਬੇਟਾ, कर्l u by कर्l t it will be written in terms of कर्l u by कर्l t ਦੇ ਬਰਾਬਰ ਆ ਜਾਏਗਾ, प्लस ਤੁਸੀਂ ਇਹਦੇ ਵਿੱਚ ਕੀ ਹੈ dt ਰਿਮੂਵ ਕਰ ਦਿੱਤਾ ਬੇਟਾ, ਇਹਦੇ ਵਿੱਚ dt by dt ਕਿੰਨਾ ਹੋ ਗਿਆ 1, so dn by dt ਤੁਸੀਂ ਲਿਖ ਸਕਦੇ ਹੋ ਬੇਟਾ। तो ਇਹਦੇ ਵਿੱਚ ਕੀ ਹੋ ਗਿਆ ਬੇਟਾ, so you can simply rewrite it as, it can be written as कर्l u by कर्l t ਕੀ ਹੁੰਦਾ ਬੇਟਾ, it is cv at constant volume है, तो specific heat at constant volume आ जाएगी। so कर्l u by कर्l n है, कर्l n by कर्l t है, ਤੁਸੀਂ ਇਹਨੂੰ ਰੀਰਾਈਟ ਕਰ ਸਕਦੇ ਹੋ कर्l u by कर्l t ਦੇ corresponding with the negative sign ਅਗਰ ਲਿਖਣਾ ਚਾਹੋ ਤਾਂ। So next we note that mean square ਨੇ ਜਿਹੜਾ mean n ਜਿਹੜਾ value ਹੈ, mean value of number of particles, it was ਜਿਹੜਾ previous expression ਦੇ ਵਿੱਚ ਆਪਾਂ ਡਰਾਈਵ ਕੀਤੀ ਹੈ, for the case of density fluctuation it was found to be z divided by q कर्l q by कर्l z ਦੇ corresponding ਲਿਖਿਆ ਸੀ, तो ਇਹਨੂੰ ਕਿਸ ਤਰ੍ਹਾਂ ਲਿਖ ਸਕਦੇ ਹੋ, z into कर्l by कर्l z of log of z log of q ਦੇ ਬਰਾਬਰ, because derivative of log of x is equal to 1 by x into derivative of x ਦੇ ਬਰਾਬਰ ਹੋ ਜਾਂਦਾ ਹੈ। तो ਤੁਸੀਂ ਇਹਨੂੰ ਰੀਰਾਈਟ ਕਰ ਸਕਦੇ ਹੋ, ਅਗਰ z ਦੀ ਫਾਰਮ ਹੈ ਤਾਂ z ਨੂੰ ਤੁਸੀਂ ਚੇਂਜ ਕਰਕੇ ਅਲਫਾ ਡੈਰੀਵੇਟਿਵ ਵਿਦ ਰਿਸਪੈਕਟ ਟੂ ਅਲਫਾ ਐਂਡ कर्l ਅਲਫਾ ਬਾਈ कर्l z ਦੀ ਫਾਰਮ ਦੇ ਵਿੱਚ ਵੀ ਲਿਖ ਸਕਦੇ ਹੋ। ਤਾਂ ਆਪਾਂ ਇਹਨੂੰ ਰੀਰਾਈਟ ਕਰਦੇ ਹਾਂ ਇਨ ਪੀਸਿਸ। ਸੋ ਇਹਦੇ ਵਿੱਚ ਕੀ ਹੋ ਜਾਏਗਾ, कर्l ਅਲਫਾ ਬਾਈ कर्l z ਦਾ ਐਕਸਪ੍ਰੈਸ਼ਨ ਆਪਾਂ ਪਤਾ ਹੈ ਬੇਟਾ, ਇਹਦੀ ਕੋਰਸਪੋਂਡਿੰਗ ਆਪਾਂ -z ਹੁੰਦਾ ਹੈ, तो z ਦੇ ਨਾਲ z ਕੈਨਸਲ ਹੋ ਗਿਆ ਤੇ ਲੇਕਿਨ ਆਪਣੇ ਕੋਲ ਮਾਈਨਸ ਐਕਸਪ੍ਰੈਸ਼ਨ ਬਚ ਗਿਆ। ਸੋ ਅਲਟੀਮੇਟਲੀ ਕੀ ਹੋ ਜਾਏਗਾ, ਜਿਹੜੀ एनर्जी है, एनर्जी कैन बी written in terms of -1 by q कर्l q by कर्l beta, or you can rewrite in this expression as -कर्l log of q by कर्l beta ਦੇ corresponding ਆ ਜਾਏਗਾ। ਸੋ ਨੈਕਸਟ ਆਪਣੇ ਕੋਲ ਜਿਹੜੇ ਬਾਕੀ ਐਕਸਪ੍ਰੈਸ਼ਨ ਬਚੇ ਹੋਏ ਆ, कर्l n by कर्l beta ਹੈ, तो कर्l n by कर्l beta ਜਿਹੜਾ ਅਲਫਾ ਨੂੰ z ਦੇ corresponding ਲਿਖ ਸਕਦੇ, v ਦੇ corresponding v ਹੀ ਰਹੇਗਾ। ਸੋ ਇਟ ਕੈਨ ਬੀ ਜਿਹੜਾ ਨੰਬਰ ਆਫ ਪਾਰਟੀਕਲਸ ਹੈ, ਨੰਬਰ ਆਫ ਪਾਰਟੀਕਲ ਦਾ ਕਨਸੈਪਟ ਜਿਹੜਾ कर्l log of q by कर्l alpha ਦੇ corresponding ਲਿਖ ਸਕਦੇ ਹੋ, ਔਰ you can simply rewrite it as कर्l to log of q
log of q divided by curl beta and curl alpha। ਤੁਸੀਂ ਇਹਨਾਂ ਨੂੰ ਆਪਸ ਦੇ ਵਿੱਚ ਇੰਟਰਚੇਂਜ ਵੀ ਕਰ ਸਕਦੇ ਹੋ। ਸੋ curl alpha ਬਾਹਰ ਆ ਸਕਦਾ ਹੈ, curl beta ਅੰਦਰ ਜਾ ਸਕਦਾ ਹੈ, ਔਰ you can rewrite in this form as curl u by curl alpha ਦੇ corresponding ਇਹਨੂੰ ਲਿਖ ਸਕਦੇ ਹੋ। ठीक है जी। सो अल्टीमेटली कर करा के अपने को एक्सप्रेशन आता है, मैं ज्यादा डिटेल ਦੇ ਵਿੱਚ ਨਹੀਂ ਆਂਦਾ। अल्टीमेटली ਜਿਹੜਾ ਕਿ ਇੱਥੇ ਐਕਸਪ੍ਰੈਸ਼ਨ ਆਂਦਾ ਹੈ, ਸੋ એનર્ਜੀ ਜਿਹੜੀ ਫਲਕਚੁਏਸ਼ਨ ਹੋਏਗੀ, ਸੋ ਕੱਲ u ਬਾਈ ਜਿਹੜਾ ਕੱਲ t ਹੋਏਗਾ, ਜਿਹੜਾ ਕਿ ਆਪਾਂ ਫਾਈਂਡ ਆਊਟ ਕਰਨ ਦੀ ਗੱਲ ਕਰਦੇ ਹਾਂ, ਅਲਟੀਮੇਟਲੀ ਇਟ ਵਿਲ ਟਰਨ ਆਊਟ ਟੂ ਬੀ cv plus 1 divided by t curl u by curl n with respect to b and t and curl u by curl mu p and t ਦੇ corresponding ਆ ਜਾਏਗਾ। ਸੋ એનર્ਜੀ ਫਲਕਚੁਏਸ਼ਨਸ, ਸੋ ਇਹਦੀ corresponding ਆਪਣੇ ਕੋਲ ਜਿਹੜੀ ਮੇਨ એનર્ਜੀ ਫਲਕਚੁਏਸ਼ਨ ਆ ਜਾਏਗੀ, ਤੇ corresponding ਆਪਣੇ ਕੋਲ ਜਿਹੜਾ ਐਕਸਪ੍ਰੈਸ਼ਨ ਹੈ that will be written in terms of curl kt square by u square curl u by curl t and curl u by curl t ਦੀ ਵੈਲਿਊ ਇਹ ਤੁਹਾਡੇ ਕੋਲ ਆ ਚੁੱਕੀ ਹੈ। ਠੀਕ ਹੈ ਜੀ। ਸੋ ਕੰਪਲੀਟ ਐਕਸਪ੍ਰੈਸ਼ਨ ਜਿਹੜਾ ਹੈ ਉਹਨੂੰ ਆਪਾਂ ਇਸ ਫਾਰਮ ਦੇ ਵਿੱਚ ਲਿਖਦੇ ਹਾਂ ਬੇਟਾ। So in view of this we can rewrite all this stuff in this form। ਤੁਸੀਂ ਇਹਨੂੰ simply rewrite ਕਰ ਸਕਦੇ ਹੋ। So from the preceding sub article we know that ਜਿਹੜੀ mean square fluctuation in the number of particles ਹੈ, ਉਹਨੂੰ ਕਿਸ ਤਰ੍ਹਾਂ ਲਿਖਿਆ ਸੀ ਬੇਟਾ, kt divided by n square curl n by curl mu ਲਿਖਿਆ ਹੋਇਆ ਸੀ। ਇਸ ਕਰਕੇ ਆਪਾਂ ਇਹਨੂੰ ਕੀ ਲਿਖ ਸਕਦੇ ਬੇਟਾ, curl n by curl mu ਦੇ corresponding ਆਪਣੇ ਕੋਲ ਕੀ ਹੈ, n square ਦੇ corresponding delta n square by kt ਦੇ corresponding ਤੁਸੀਂ ਇਹਨੂੰ ਲਿਖ ਸਕਦੇ ਹੋ। ਸਾਰੇ ਡਿਟੇਲ ਮੈਂ ਦਿੱਤੀ ਹੋਈ ਹੈ ਬੇਟਾ। ਸੋ ਅਲਟੀਮੇਟਲੀ ਜਿਹੜਾ ਤੁਸੀਂ ਜਿਹੜੀ ਡੈਂਸਿਟੀ ਫਲਕਚੁਏਸ਼ਨ ਹੋਈ एनर्जी फ्लक्चुएशन है, एनर्जी फ्लक्चुएशन ਨੂੰ ਜਿਹੜਾ ਲਿਖਣਾ ਹੋਏਗਾ ਤਾਂ ਉਸ ਕੇਸ ਦੇ ਵਿੱਚ ਕੀ ਹੈ, ਜਿਹੜਾ ਆਪਾਂ ਪ੍ਰੀਵੀਅਸਲੀ ਐਕਸਪ੍ਰੈਸ਼ਨ ਡਰਾਈਵ ਕੀਤਾ ਹੋਇਆ ਡੈਂਸਿਟੀ ਫਲਕਚੁਏਸ਼ਨ ਦੇ ਲਈ, ਉੱਥੋਂ ਆਪਾਂ ਇਹਨੂੰ ਇੰਪਲੀਮੈਂਟ ਕਰਵਾ ਸਕਦੇ ਹਾਂ ਐਂਡ ਇਸ ਐਕਸਪ੍ਰੈਸ਼ਨ ਦੀ ਫਾਰਮ ਦੇ ਵਿੱਚ ਲਿਖ ਸਕਦੇ ਜਿਹੜਾ ਕਿ ਆਪਣਾ ਫਾਈਨਲ ਐਕਸਪ੍ਰੈਸ਼ਨ ਹੋਏਗਾ। So it may be noted that the mean square fluctuation in energy in canonical ensemble is given by kt square into cv ਦੇ ਬਰਾਬਰ ਹੋ ਜਾਏਗੀ। ठीक है, बिकॉज ए वाला फैक्टर ਜਿਹੜਾ ਹੈ कैनोनिकल एंसेंबल ਦੇ ਵਿੱਚ नहीं आएगा, बिकॉज ਉੱਥੇ ਆਪਣੇ ਕੋਲ नंबर ऑफ पार्टिकल एक्सचेंज अलाउड ही नहीं है। इसका कि डेल्टा ਦੀ corresponding रिजल्ट 0 आएगा, सिर्फ आही पोर्शन बच जाएगा। so that the grand canonical ensemble we get, grand canonical ensemble ਦੇ ਕੇਸ ਵਿੱਚ ਕੀ ਹੋ ਜਾਏਗਾ, a ਵਾਲਾ ਫੈਕਟਰ divided by u square plus this factor ਜਿਹੜਾ ਕਿ ਬਾਕੀ ਬਚੇਗਾ। so ਇਹ ਸਾਰੇ ਰਿਜ਼ਲਟ ਤੁਸੀਂ ਦੇਖ ਸਕਦੇ ਹੋ। so fractional or relative root mean square fluctuation in the energy content of a system in a grand canonical ensemble is given by, तो इस केस ਦੇ ਵਿੱਚ ਆਪਣੇ ਕੋਲ ਜਿਹੜਾ ਰਿਜ਼ਲਟ ਹੈ, तो delta e square by u square और canonical corresponding canonical system and ਬਾਕੀ ਜਿਹੜਾ ਪਾਰਟ ਹੈ root mean square fluctuation raised to power 1/2 ਦੇ corresponding ਤੁਸੀਂ ਲਿਖ ਸਕਦੇ ਹੋ। so thus the root mean square value of the relative fluctuation energy in a grand canonical ensemble plus contribution due to the change in the number of particles as these are also varying or fluctuating in addition to energy। recall that from above we have ਤੇ ਆਪਣੇ ਕੋਲ root mean square fluctuation ਜਿਹੜੀ kt square by ਜਿਹੜਾ ਐਕਸਪ੍ਰੈਸ਼ਨ ਹੈ ਉਹਦੀ corresponding ਆਪਾਂ ਲਿਖ ਚੁੱਕੇ ਹਾਂ। तो ਇਹਦੇ ਵਿੱਚ ਕੀ ਹੈ ਬੇਟਾ, cv and u are both extensive quantity। ठीक है जी। तो the corresponding ਕੀ ਹੈ, so that cv is proportional to n and u is proportional to n। so ਜਿਹੜੀ specific heat ਹੈ it is also proportional to number of particles and ਜਿਹੜੀ internal energy ਹੈ it is also proportional to n। therefore first term on the right hand side ਕੀ ਹੋ ਜਾਏਗੀ, kt square cv ਜਿਹੜਾ ਹੈ ਉਹਨੂੰ ਆਪਾਂ ਕੀ ਲਿਖ ਸਕਦੇ ਬੇਟਾ, it is n हो गया, it is also proportional to n। एक ही हो गया बेटा n square ਦੇ proportional ਹੋ ਗਿਆ, it 1 by n ਦੇ proportional होगी। so first term ਜਿਹੜੀ ਹੈ 1 by n ਦੇ proportional ਹੋ ਜਾਏਗੀ। In thermodynamic limit it is negligibly small as far as second term is concerned। and we know that under normal conditions ਜਿਹੜਾ delta n square ਹੈ ਉਹ ਕੀ ਹੋ ਜਾਏਗਾ ਬੇਟਾ, n ਨੂੰ correspond ਕਰੇਗਾ under normal condition। so it is divided by u square ਹੈ, so it will be corresponding to n divided by n square or it will be having a factor that is having a power with respect to n inverse the corresponding आएगा। it will be a factor of n inverse। so ये वाला factor n inverse में correspond करेगा which makes this also negligible। however close to phase transition अगर phase transition होएगी ਤਾਂ ਜਿਹੜਾ delta n square है वो n square ਨੂੰ correspond करेगा। n square ਦੇ ਵਿੱਚ ਕੀ ਹੋ ਜਾਏਗਾ, n square divided by n square ਆਪਣੇ ਕੋਲ 1 ਆ ਜਾਏਗਾ। so that it will be independent of number of particles implying that it is significant। so the contribution from the second term to the root mean square fluctuation or energy fluctuation makes meaningful contribution close to phase transition। to summarize this article we note that unless phase transitions are taking place the fluctuation in the number of particles as well as energy content of the system are negligible or small। accordingly whether we treat such a system in the framework of grand canonical ensemble or in the framework of canonical ensemble or micro canonical ensemble the results will be the same। however when phase transitions as well as the number of when the phase transition occurs the factor of fluctuation in energy as well as the number of particles is significant and the system must necessarily be described in the framework of canonical ensemble as it permits the exchange of particles which is characteristic feature of phase transition। so phase transition ਦੇ ਵਿੱਚ ਕੀ ਹੈ, number of particles ਜਿਹੜੇ ਹੈ ਉਹ
ਚੇਂਜ ਹੁੰਦੇ ਹੈ ਉਹ ਐਕਸਚੇਂਜ ਅਲਾਉਡ ਹੁੰਦਾ ਹੈ, ਇਸ ਕਰਕੇ ਇੱਥੇ ਫ੍ਰੀਜ਼ ਟ੍ਰਾਂਜੀਸ਼ਨ ਹੋਏਗੀ ਉਹ ਗ੍ਰੈਂਡ ਕੈਨੋਨੀਕਲ ਦੇ ਕੇਸ ਵਿੱਚ ਹੀ ਹੋਏਗਾ ਐਂਡ ਗ੍ਰੈਂਡ ਕੈਨੋਨੀਕਲ ਅਸੈਂਬਲ ਜਿਹੜਾ ਉੱਥੇ ਇੰਪੋਰਟੈਂਸ ਸ਼ੋ ਕਰੇਗਾ ਆਪਣੀ ਐਂਡ ਇਟ ਰਿਜ਼ਲਟ ਇੰਪਲੀਮੈਂਟ ਹੋਣਗੇ। ਅਦਰਵਾਈਜ਼ ਤੇ ਫੇਜ਼ ਟ੍ਰਾਂਜੀਸ਼ਨ ਨਹੀਂ ਹੋ ਰਹੀ ਉੱਥੇ ਤੁਸੀਂ ਮਾਈਕਰੋ ਕੈਨੋਨੀਕਲ ਲਗਾ ਲਓ ਚਾਹੇ ਤੁਸੀਂ ਕੈਨੋਨੀਕਲ ਲਗਾ ਲਓ, ਉਹ ਤੁਹਾਡੇ ਰਿਜ਼ਲਟ ਆਲਮੋਸਟ ਸਿਮਿਲਰ ਜੀ ਦੇਣਗੇ। ਜਿਸ ਤਰ੍ਹਾਂ ਗ੍ਰੈਂਡ ਕਲਾਸੀਕਲ ਗੈਸ ਹੈ, ਕਲਾਸੀਕਲ ਗੈਸ ਦੇ ਰਿਜ਼ਲਟ ਸਾਰਿਆਂ ਦੇ ਵਿੱਚ ਸੇਮ ਹੋਣਗੇ, ਪੀਵੀ ਇਜ਼ ਇਕੁਅਲ ਟੂ ਐਨਕੇਟੀ ਤੇ ਕੋਰਸਪੋਂਡਿੰਗ ਕੈਨੋਨੀਕਲ ਗ੍ਰੈਂਡ ਕੈਨੋਨੀਕਲ ਜਾਂ ਤੁਸੀਂ ਮਾਈਕਰੋ ਕੈਨੋਨੀਕਲ ਸਾਰਿਆਂ ਦੇ ਰਿਜ਼ਲਟ ਤੁਹਾਡੇ ਕੋਲ ਸਿਮਿਲਰ ਜਿਹੇ ਹੋਣਗੇ ਤੇ ਜ਼ਿਆਦਾ ਕੋਈ ਫਰਕ ਨਹੀਂ ਦਿਖੇਗਾ। ਸੋ ਇਹਦੇ ਨਾਲ ਹੀ ਆਪਣਾ ਜਿਹੜਾ ਗ੍ਰੈਂਡ ਕੈਨੋਨੀਕਲ ਵਾਲਾ ਪਾਰਟ ਹੈ ਆਲਮੋਸਟ ਖਤਮ ਹੋ ਜਾਂਦਾ ਹੈ ਬੇਟਾ। ਬਾਕੀ ਬਚਿਆ ਨੂਮੈਰੀਕਲ ਵਾਲਾ ਪਾਰਟ, ਉਹ ਮੈਂ ਤੁਹਾਨੂੰ ਆਲਰੇਡੀ ਕਿਹਾ ਹੋਇਆ ਬੇਟਾ ਆਪਣੀ ਜਿਹੜੀ ਅਸਾਈਨਮੈਂਟ ਪ੍ਰੋਪਰਲੀ ਤਿਆਰ ਕਰ ਲਓ। ਆਪਣੇ ਜਿਹੜੇ ਪ੍ਰੀਵੀਅਸ ਈਅਰ ਦੇ ਕੁਐਸਚਨ ਪੇਪਰ ਜਿਹੜੇ ਜਿੰਨੇ ਵੀ ਮੈਂ ਭੇਜੇ ਹੋਏ ਆ ਜਾਂ ਜਿਹੜੇ ਮੈਂ ਭੇਜਣੇ ਆ ਉਹਨਾਂ ਦੇ ਨੂਮੈਰੀਕਲ ਪ੍ਰੋਪਰਲੀ ਸੋਲਵ ਹੋਣੇ ਚਾਹੀਦੇ ਆ। ਇੱਕ ਵੀ ਨੂਮੈਰੀਕਲ ਜਿਹੜਾ ਕਿ ਕੈਨੋਨੀਕਲ, ਮਾਈਕਰੋ ਕੈਨੋਨੀਕਲ ਐਂਡ ਗ੍ਰੈਂਡ ਕੈਨੋਨੀਕਲ ਇਹ ਤਿੰਨਾਂ ਚੈਪਟਰ ਦਾ ਜਿਹੜਾ ਆਰਕੇ ਪਥਰੀਆ ਵਿੱਚ ਦਿੱਤਾ ਹੋਇਆ, ਇੱਕ ਵੀ ਨੂਮੈਰੀਕਲ ਤੁਸੀਂ ਛੱਡ ਕੇ ਨਹੀਂ ਜਾਣਾ, ਸਾਰੇ ਦੇ ਸਾਰੇ ਤਿਆਰ ਕਰਕੇ ਜਾਣੇ ਆ। ਚਾਹੇ ਤੁਸੀਂ ਬੁੱਕ ਨੋਟਸ ਵੀ ਪੜ੍ਹਨੇ ਆ, ਬੁੱਕਸ ਦੇ ਵਿੱਚੋਂ ਵੀ ਕਈ ਵਾਰ ਘੁਮਾ ਕੇ ਪੇਪਰ ਪਾ ਦਿੰਦੇ ਆ, ਸੋ ਇਸ ਚੀਜ਼ ਕਰਕੇ ਇਹਨਾਂ ਚੀਜ਼ਾਂ ਦਾ ਧਿਆਨ ਰੱਖਣਾ ਹੈ। ਪਹਿਲਾ 1.5 ਯੂਨਿਟ ਹੈ, ਐਟਲੀਸਟ ਪਹਿਲੇ 2 ਯੂਨਿਟ ਹੈ, ਅਗਰ ਪ੍ਰੋਪਰਲੀ ਤਿਆਰ ਕਰਕੇ ਜਾਓਗੇ ਤਾਂ ਤੁਹਾਡਾ ਪੇਪਰ ਫੁੱਲੀ ਅਟੈਂਪਟ ਹੋਏਗਾ, ਮਤਲਬ 90 to 95% ਤੁਸੀਂ ਪੇਪਰ ਅਟੈਂਪਟ ਕਰ ਲਓਗੇ। ਅਦਰਵਾਈਜ਼ ਤੁਹਾਨੂੰ ਪ੍ਰੋਬਲਮ ਆਏਗੀ। ਮੈਂ ਬਾਰ-ਬਾਰ ਰਿਪੀਟ ਕਰਦਾ ਰਹਿਣਾ, ਇਸ ਕਰਕੇ ਥੋੜਾ ਜਿਹਾ ਚੀਜ਼ਾਂ ਦਾ ਧਿਆਨ ਰੱਖਿਆ ਕਰੋ, ਠੀਕ ਹੈ ਬੇਟਾ। ਸੋ ਅਗਰ ਕੋਈ ਡਾਊਟਸ ਹੈਗੇ ਆ ਜਾਂ ਕੁਐਸਚਨ ਹੈਗੇ ਆ ਤਾਂ ਮੇਰੇ ਨਾਲ ਡਿਸਕਸ ਕਰ ਲਓ ਬੇਟਾ, ਅਦਰਵਾਈਜ਼ ਥਿੰਗਸ ਆਰ ਓਕੇ।